ਅੱਜ ਵਿਧਾਨ ਸਭਾ ਦੇ ਵਿੱਚ ਦੇਖੇਗਾ ਸਿਆਸੀ ਸੰਗਰਾਮ। ਵਿਸ਼ੇਸ਼ ਇਜਲਾਸ 'ਚ ਹੰਗਾਮਾ ਤੈਅ। 11 ਵਜੇ ਸ਼ੁਰੂ ਹੋਏਗੀ ਕਾਰਵਾਈ। ਰੋਜ਼ਗੀ ਮਤੇ ਦੇ ਸਰਕਾਰ ਨੇ ਨਹੀਂ ਖੋਲੇ ਪੱਤੇ। ਅਮਨ ਅਰੋੜਾ ਬੋਲੇ ਮਤੇ ਤੇ ਸੀਐਮ ਲੈਣਗੇ ਫੈਸਲਾ। ਆਪਰੇਸ਼ਨ ਲੋਟਸ ਦੇ ਇਲਜ਼ਾਮ ਲਗਾਉਂਦਿਆਂ ਸਰਕਾਰ ਕਰਨਾ ਚਾਹੁੰਦੀ ਹੈ ਸ਼ਕਤੀ ਪ੍ਰਦਰਸ਼ਨ। ਸੈਸ਼ਨ 'ਚ ਸ਼ਾਮਲ ਨਹੀਂ ਹੋਏਗੀ ਬੀਜੇਪੀ। ਸੜਕ ਤੇ ਲਗਾਏਗੀ ਜਨਤਾ ਦੀ ਵਿਧਾਨ ਸਭਾ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਮੌਕੇ ਸੈਸ਼ਨ ਦਾ ਬਣ ਸਕਦੇ ਨੇ ਹਿੱਸਾ। ਸਰਕਾਰ ਨੂੰ ਘੇਰਨ ਲਈ ਅਕਾਲੀ ਦਲ ਤੇ ਕਾਂਗਰਸ ਵੀ ਤਿਆਰ। ਪ੍ਰਤਾਪ ਬਾਜਵਾ ਬੋਲੇ ਸਿਆਸੀ ਡਰਾਮੇ ਦੀ ਥਾਂ ਜਨਤਾ ਦੇ ਮੁੱਦਿਆਂ ਤੇ ਗੱਲ ਕਰੇ ਸਰਕਾਰ। ਜਨਤਾ ਦੇ ਪੈਸੇ ਦੀ ਨਾ ਹੋਵੇ ਦੁਰਵਰਤੋਂ। ਸੈਸ਼ਨ ਦੌਰਾਨ ਬੇਅਦਬੀ ਮੁੱਦੇ ਤੇ ਚਰਚਾ ਦੀ ਵੀ ਉੱਠੀ ਮੰਗ। ਪੰਥਕ ਤਾਲਮੇਲ ਸੰਗਠਨ ਦੀ ਨਸੀਹਤ। ਕੁੰਵਰ ਵਿਜੇ ਪ੍ਰਤਾਪ ਵਾਂਗ ਬਾਕੀ ਵਿਧਾਇਕ ਵੀ ਤੋੜਨ ਚੁੱਕੀ। ਜੰਗਲਾਤ ਘੁਟਾਲੇ 'ਚ ਵਿਜੀਲੈਂਸ ਦੀ ਵੱਡੀ ਕਾਰਵਾਈ। ਆਈਐਫਐਸ ਅਫਸਰ ਪ੍ਰਵੀਨ ਕੁਮਾਰ ਨੂੰ 4 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੀਤਾ ਗ੍ਰਿਫਤਾਰ। ਅਧਿਕਾਰੀ ਤੇ ਗਿਲਜੀਆਂ ਦੇ ਨਾਲ ਮਿਲ ਕੇ ਟ੍ਰੀ ਗਾਰਡ ਲਗਾਉਣ ਦੇ ਵਿੱਚ ਹੇਰਾਫੇਰੀ ਦਾ ਇਲਜ਼ਾਮ। ਪ੍ਰਧਾਨਗੀ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਵਿਚਾਲੇ ਦਾਦੂਵਾਲ ਝੀਂਡਾ ਤੇ ਨਾਲ ਵੀ ਹੋਏ ਇਕਜੁੱਟ। ਫਿਲਹਾਲ ਪਹਿਲਾਂ ਦੀ ਤਰ੍ਹਾਂ ਕੰਮ ਕਰਦੀ ਰਹੇਗੀ ਹਰਿਆਣਾ ਐਸਜੀਪੀਸੀ। ਚੰਡੀਗੜ੍ਹ ਦੇ ਵਿੱਚ ਮੀਟਿੰਗ 'ਚ ਲਿਆ ਫੈਸਲਾ। ਐਸਜੀਪੀਸੀ ਦੀ ਮੀਟਿੰਗ 'ਚ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਮਤਾ ਪਾਸ। ਹਰਿਆਣਾ ਗੁਰਦੁਆਰਾ ਕਮੇਟੀ ਨੂੰ ਕੀਤਾ ਨਾ ਮਨਜ਼ੂਰ। ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ। ਕਾਂਗਰਸ ਬੀਜੇਪੀ ਤੇ ਆਪ ਨੇ ਮਿਲ ਕੇ ਰਚੀ ਸਾਜ਼ਿਸ਼। ਮੀਂਹ ਨਾਲ ਤਬਾਹ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਮਿਲੇਗਾ ਮੁਆਵਜ਼ਾ। ਸਰਕਾਰ ਨੇ ਦਿੱਤੇ ਗਿਰਦਾਵਰੀ ਦੇ ਹੁਕਮ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਬੋਲੇ 5 ਜ਼ਿਲ੍ਹਿਆਂ 'ਚ ਮੀਂਹ ਨਾਲ ਹੋਇਆ ਹੈ ਵੱਧ ਨੁਕਸਾਨ। ਪਰਾਲੀ ਸਾੜਨ ਤੇ ਨਹੀਂ ਹੋਏਗਾ ਚਲਾਨ। ਖੇਤੀਬਾੜੀ ਮੰਤਰੀ ਬੋਲੇ ਅਸੀਂ ਕਿਸਾਨਾਂ ਨੂੰ ਕਰ ਰਹੇ ਹਾਂ ਅਪੀਲ। ਇਸ ਵਾਰ ਨਾ ਸਾੜੀ ਜਾਵੇ ਪਰਾਲੀ, ਪਰ ਫਿਲਹਾਲ ਚਲਾਨ ਜਾਂ ਪਰਚਾ ਕਰਨ ਦਾ ਇਰਾਦਾ ਨਹੀਂ। 5G ਦੇ ਸਵਾਗਤ ਲਈ ਪੰਜਾਬ ਤਿਆਰ। ਮਾਨ ਸਰਕਾਰ ਨੇ ਟੈਲੀਕਾਮ ਗਾਈਡਲਾਈਨਜ਼ ਨੂੰ ਦਿੱਤੀ ਮਨਜ਼ੂਰੀ। ਸਟਰੀਟ ਇਨਫਰਾਸਟ੍ਰਕਚਰ ਦੀ ਵਰਤੋਂ ਦੀ ਵੀ ਦਿੱਤੀ ਜਾਵੇਗੀ ਇਜਾਜ਼ਤ। ਹੁਸ਼ਿਆਰਪੁਰ 'ਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਚੱਲਣਾ ਪਿਆ ਵਿਰੋਧ। ਸੀਵਰੇਜ ਦੇ ਉਦਘਾਟਨ ਨੂੰ ਲੈ ਕੇ ਕਾਉਂਸਲਰ ਨੇ ਕੀਤਾ ਵਿਰੋਧ। ਕਾਉਂਸਲਰ ਨੂੰ ਮਨਾਉਂਦੇ ਨਜ਼ਰ ਆਏ ਮੰਤਰੀ। सत श्री अकाल, मैं अर्शदीप संधू। न्यूज़ 18 पंजाब देख रहे दर्शकों का स्वागत है। शुरुआत करते हैं पंजाब विधान सभा तो। अज स्पैशल सैशन सद्या गया है। सवेरे 11 बजे विधान सभा के सैशन की कार्रवाई शुरू होएगी। पराली बिजली ते जीएसटी के मुद्दे ते चर्चा होएगी। सरकार दे वल्लों हालांकि भरोसगी मता लियाउण ते सस्पेंस बरकरार है। की भरोसगी मता लिआंदा जा सकदा है, की मौके ते लिआंदा जा सकदा है, वड्डा सवाल है। बीजेपी इस सैशन च शामिल नहीं होएगी। बीजेपी सड़क ते जनता दी विधान सभा लगाएगी। विधान सभा सैशन के बराबर बीजेपी अपनी विधान सभा लगाएगी, जिसनूं जनता दी विधान सभा का नाम दिता गया है। साबका सीएम कैप्टन अमरिंदर सिंह भी इस मॉक सैशन का हिस्सा बन सकते हैं। सदन के अंदर घेरन की तैयारी दे विच कांग्रेस ते अकाली दल नजर आ रहे हैं, तो हंगामा भरपूर यह सैशन रह सकता है। 22 सितंबर को पहला विधान सभा का सैशन सद्या गया सी। सरकार दे वल्लों भरोसगी मता लिआउण दे लई यह सैशन सद्या गया सी, जिसनूं गवर्नर ने मंजूरी नहीं दी। उस तो बाद पराली जीएसटी के मुद्दों ते अज का सैशन सद्या गया है, जिसनूं गवर्नर ने मंजूरी दे दी सी। ते अज विधान सभा का विशेष इजलास होण जा रहा है। हालांकि बीजेपी इस दे बराबर अपना विधान सभा का इजलास सदेगी। जनता का इजलास इसनूं नाम दिता गया है। जनता के मुद्दे इस दे विच रखे जाणगे। तो दूसरे पासे कांग्रेस ते अकाली दल विधान सभा के अंदर सरकार नूं घेरन की तैयारी कर रहे हैं। पराली जीएसटी बिजली के मुद्दों ते डिस्कशन होएगी, लेकिन नालों नाल भरोसगी मते ते सरकार का सस्पेंस बरकरार है। कि मौके ते भरोसगी मता लिआंदा जा सकता है, इसनूं लैके अजे भी सस्पेंस बनिया होया है। ਪਹਿਲਾਂ ਓਬੀਚਰੀਜ਼ ਨੇ, ਸ਼ਰਧਾਂਜਲੀਆਂ ਨੇ, ਉਸ ਤੋਂ ਬਾਅਦ BAC ਦੀ ਮੀਟਿੰਗ ਹੋਏਗੀ, ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ, ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ ਤੇ ਸਾਰਿਆਂ ਦੀ ਸਲਾਹ ਮਸ਼ਵਰੇ ਦੇ ਨਾਲ ਪੰਜਾਬ ਦੇ ਰੈਲੇਵੈਂਟ, ਪੰਜਾਬ ਦੇ ਭਾਗ ਦੇ ਲੋਕਾਂ ਦੇ ਮਸਲਿਆਂ ਮੁੱਦਿਆਂ ਦੇ ਉੱਪਰ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾਏਗਾ, ਤਾਂ ਕਿ ਜਿਸ ਤਰੀਕੇ ਦੇ ਨਾਲ 6 ਮਹੀਨਿਆਂ ਤੋਂ ਭਗਵੰਤ ਮਾਨ ਜੀ ਦੀ ਸਰਕਾਰ ਲੱਗੀ ਹੋਈ ਹੈ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਮੁੱਦੇ ਮਸਲੇ ਹੱਲ ਕਰਨ ਦੇ ਲਈ, ਉਸੇ ਦੀ ਕੜੀ ਦੇ ਵਿੱਚ ਇੱਕ ਸੈਸ਼ਨ ਹੈ ਜਿਹੜਾ ਉਹ ਹੋਣ ਜਾ ਰਿਹਾ ਹੈ। कैबिनेट चर्चा हुई है कॉन्फिडेंस मोशन में? नहीं, ਇਹਦੇ ਬਾਰੇ ਕੋਈ ਚਰਚਾ ਨਹੀਂ ਜੀ ਹੋਈ। ਸਾਡਾ ਮੁੱਦਾ, ਸਾਡਾ ਮਕਸਦ
ਸਾਡਾ ਇੱਕੋ ਇੱਕ ਜਿਹੜਾ ਏਮ ਹੈ ਉਹ ਪੰਜਾਬ ਦੇ ਜਿੰਨੇ ਪੈਂਡਿੰਗ ਇਸ਼ੂਜ਼ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਹੋਈ ਹੈ ਤੇ ਉਹ ਸਾਰੇ ਬਿੱਲ ਨੇ ਜਿਹੜੇ ਵਿਧਾਨ ਸਭਾ ਦੇ ਵਿੱਚ ਲੈ ਕੇ ਆਵਾਂਗੇ। ਸਾਡੇ ਅਸੀਂ ਦੋ ਵਿਧਾਇਕਾਂ ਦੋਨੋਂ ਵਿਧਾਨ ਸਭਾ ਦੇ ਅੰਦਰ ਵੀ ਜਾਵਾਂਗੇ ਔਰ ਪੂਰੀ ਤਰ੍ਹਾਂ ਨਾਲ ਇਹਨਾਂ ਨੂੰ ਕਿਸੇ ਵੀ ਕੀਮਤ ਤੇ ਉਸ ਪਵਿੱਤਰ ਸਦਨ ਜਿਹੜਾ ਕਿ ਲੋਕਾਂ ਦੀ ਸਮੱਸਿਆ ਔਰ ਪੰਜਾਬ ਦੀ ਸਮੱਸਿਆ ਲਈ ਬਣਿਆ ਉਹਦਾ ਦੁਰਉਪਯੋਗ ਕੇਜਰੀਵਾਲ ਨੂੰ ਕੁਝ ਕਰਨ ਲਈ ਨਹੀਂ ਕਰਨ ਦੇਵਾਂਗੇ। ਇਹਦੇ ਨਾਲ ਹੀ ਪੈਰਲਲ ਲੋਕਾਂ ਦੀ ਵਿਧਾਨ ਸਭਾ ਭਾਰਤੀ ਜਨਤਾ ਪਾਰਟੀ ਦੀ ਲੱਗੇਗੀ ਔਰ ਸਭ ਨੇਤਾ ਜੋ ਇੱਥੇ ਬੈਠੇ ਨੇ ਕੈਪਟਨ ਸਾਹਿਬ ਵੀ ਉਹਦਾ ਹਿੱਸਾ ਬਣਨ ਵਾਲੇ ਨੇ, ਜਾਖੜ ਸਾਹਿਬ ਵੀ ਉਹਦੇ ਤੇ ਪੈਰਲਲ ਜਿਹੜਾ ਜਨਤਾ ਦੀ ਵਿਧਾਨ ਸਭਾ ਸੂਚਨਾ ਦੇ ਦਿੱਤੀ ਜਾਏਗੀ ਜਗ੍ਹਾ ਦੀ ਪੈਰਲਲ ਉਹ ਚਲੇਗੀ। ਅਸ਼ਵਨੀ ਸ਼ਰਮਾ ਜਾ ਕੇ ਜਵਾਬ ਪੁੱਛ ਲਿਓ ਕਿ ਮੌਕ ਸੈਸ਼ਨ ਚਲਾਉਣ ਦੇ ਲਈ ਵੀ 3 ਬੰਦਿਆਂ ਦੀ ਲੋੜ ਹੁੰਦੀ ਹੈ, ਇੱਕ ਸਪੀਕਰ, ਇੱਕ ਸੱਤਾ ਧਿਰ ਤੇ ਇੱਕ ਵਿਰੋਧੀ ਧਿਰ ਬੰਦੇ ਤਾਂ ਉਹਨਾਂ ਕੋਲ 2 ਨੇ, ਕੀ ਚਲਾਉਣਗੇ? ਉਹ ਮੌਕ ਸੈਸ਼ਨ ਚਲਾਉਣ ਜੋਗੇ ਵੀ ਨਹੀਂ ਹੈਗੇ। ਤਾਂ ਵਿਧਾਨ ਸਭਾ ਦਾ ਸੈਸ਼ਨ ਹੋਣ ਜਾ ਰਿਹਾ ਹੈ। ਵਿਧਾਨ ਸਭਾ ਦਾ ਸੈਸ਼ਨ ਹੰਗਾਮਾ ਭਰਪੂਰ ਰਹਿ ਸਕਦਾ ਹੈ। ਬੀਜੇਪੀ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਸੈਸ਼ਨ ਦੇ ਵਿੱਚ ਵੀ ਜਾਵਾਂਗੇ, ਸੈਸ਼ਨ ਦੇ ਵਿੱਚ ਵੀ ਸਰਕਾਰ ਦਾ ਵਿਰੋਧ ਕਰਾਂਗੇ ਤੇ ਵੱਖਰਾ ਇੱਕ ਸੈਸ਼ਨ ਚਲਾਇਆ ਜਾਵੇਗਾ ਜਿਸ ਦੇ ਵਿੱਚ ਜਨਤਾ ਦੇ ਮੁੱਦੇ ਰੱਖੇ ਜਾਣਗੇ। ਕਾਂਗਰਸ ਤੇ ਅਕਾਲੀ ਦਲ ਵੀ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਰਹੇ ਨੇ। ਅਮਨ ਭਾਰਦਵਾਜ ਸਾਡੇ ਸਹਿਯੋਗੀ ਜੁੜੇ ਨੇ। ਅਮਨ, ਕੀ ਕੁਝ ਤੁਹਾਡੇ ਕੋਲ ਜਾਣਕਾਰੀ ਅੱਜ ਦੇ ਸੈਸ਼ਨ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਡਿਸਕਸ ਹੋਣਗੇ ਤੇ ਕਾਂਗਰਸ, ਅਕਾਲੀ ਦਲ, ਬੀਜੇਪੀ ਦੀ ਕੀ ਰਣਨੀਤੀ ਅੱਜ ਦੇ ਲਈ? देखो अर्शदीप 11 बजे सैशन का समय है। सब तो पहला श्रद्धांजलियां ਜਿਹੜੀਆਂ ਹੈ ਉਹ ਦਿੱਤੀਆਂ ਜਾਣੀਆਂ ਔਰ 11 ਵਜੇ ਤੋਂ ਬਾਅਦ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਬੈਠਕ ਹੈ ਉਹ ਹੋਣੀ ਹੈ ਜਿਸ 'ਚ ਚਰਚਾ ਕੀਤੀ ਜਾਏਗੀ ਕਿ ਕਿਹੜੇ-ਕਿਹੜੇ ਮੁੱਦੇ ਨੇ ਜੋ ਸਦਨ ਦੇ ਅੰਦਰ ਲਿਆਂਦੇ ਜਾ ਰਹੇ ਨੇ ਔਰ ਕਿਹੜੀ ਪਾਰਟੀ ਦਾ ਕੀ ਸੁਝਾਅ ਹੁੰਦਾ ਹੈ ਉਹ ਵੀ ਦੱਸਿਆ ਜਾਏਗਾ। ਔਰ ਉਸ ਤੋਂ ਬਾਅਦ ਸੈਸ਼ਨ ਵਧਾਉਣ ਨੂੰ ਲੈ ਕੇ ਵੀ ਚਰਚਾ ਹੈਗੀ ਹੈ ਕਿ ਐਡਵਾਈਜ਼ਰੀ ਕਮੇਟੀ ਜਿਹੜੀ ਹੈ ਉਹ ਸੈਸ਼ਨ ਨੂੰ 1 ਦਿਨ ਹੋਰ ਵਧਾਉਣੇ ਤੇ ਚਰਚਾ ਕਰੇਗੀ। इसमें बढ़ाया भी जा सकता है। और जिथे तक पार्टियां की स्ट्रैटेजी की गल है तो कांग्रेस ते अकाली दल अपने अपने तरीके दे नाल विरोध जिहड़ा है वो कर रही है कि इस वेले 6 महीने की सरकार हुई है और नो कॉन्फिडेंस मोशन लिया के एक तरीके की जिहड़ी है वो सरकार बेभरोसगी किसी नूं नहीं है तो इस तरीके दे नाल भरोसा दिखाना सरकार दे अंदर विधायकों का, आम आदमी पार्टी का किते ना किते ऑपरेशन लोटस तहत जिन्ने भी इल्जामात लगे वो बेबुनियाद है और लोगों के पैसे की दुर्वरतों हैगी है। और इसी ते अकाली दल एक प्राइवेट बिल भी जिहड़ा है वो लियाउण दी तैयारी च हैगा है जो अकाली दल के विधायक ने। और इस तो अलावा बीजेपी वालों 11:30 तो लेके 3:30 बजे तक दोपहर दे सैक्टर 37 बत्रा जिथे थिएटर है उसकी पार्किंग अपनी विधान सभा लगाई जा रही है जिसकी अगुवाई सुनील जाखड़ ते अश्विनी शर्मा जो प्रधान ने वो मुख्य तौर पर करनगे और सरकार नूं घेरन की तैयारी हैगी है कि अपनी विधान सभा लोगों के मुद्दों ते लगाई जा रही है। उत्थे चर्चा की जाएगी कि सरकार किहड़े-किहड़े मुद्दों ते किहड़े-किहड़े वादे ते पिछे रह चुकी है, किहड़े वादे ने जिसनूं पूरे करने की जरूरत है, किहड़े मसले सीगे जिसते सैशन के अंदर चर्चा होनी सी। तो ये स्ट्रैटेजी लगाई जा रही है कि उत्थे अपनी विधान सभा एक है सिंबॉलिक है लेकिन सरकार नूं घेरन की तैयारी जिहड़ी है वो बीजेपी की जरूर है। और एक गल अर्शदीप ये भी वेखण वाली है कि जिहड़ा विरोध कांग्रेस या अकाली दल वालों वेखण नूं मिलदा सीगा वो पहली दफा हो रहा है कि बीजेपी उस तरीके दे नाल एक्टिव हो रही है पंजाब दे अंदर भी कि बीजेपी सरकार नूं पूरा घेर रही है। और पहले दिन तो ही जदों सैशन नूं लेके मंजूरी मंगी गई उस तो बाद सजेशन दिते गए, लीगल राय गवर्नर ने लई, फिर सैशन दे नोटिफिकेशन नूं विड्रॉ किया गया तो बीजेपी का पहले दिन तो ही विरोध जिहड़ा है वो सरकार दे नाल वेखण नूं मिल रहा है। कशमकश जरूर हुई है चाहे वो राजपाल दी सरकार दे नाल होवे चाहे बीजेपी ने ऑपरेशन लोटस नूं लेके। और इस सदन दे अंदर भी रह सकता है कि ऑपरेशन लोटस नूं लेके जो इल्जाम सरकार ने लगाए सी, आम आदमी पार्टी ने लगाई सी फैक्चुअल आधार ते सरकार जिहड़ा है आम आदमी पार्टी वो तथ्य रखण कि किहड़े आधार ते उन्होंने ऑपरेशन लोटस तहत इल्जाम लगाए ने, किस दी कॉल आई सी, की उसकी डिटेल्स है और कार्रवाई क्यों नहीं हुई। और ये अज दे सैशन के अंदर ये सारी चीज़ां क्योंकि जिथे एक पासे मुद्दे ने और उत्थे ही सियासत भी जिहड़ी है पिछले दिनों के अंदर वेखण नूं मिली सीगी तां हंगामा जिहड़ा है वो वेखण नूं अर्शदीप मिल सकदा। ਤੇ ਅਮਨ ਕੀ ਭਰੋਸਗੀ ਮਤਾ ਲਿਆਂਦਾ ਜਾ ਸਕਦਾ ਹੈ? ਇਸ ਨੂੰ ਲੈ ਕੇ ਕੋਈ ਵਿਚਾਰ ਚਰਚਾ ਹੋਈ ਹੈ ਜਾਂ ਮੌਕੇ ਤੇ ਮਤਾ ਲਿਆਂਦਾ ਜਾ ਸਕਦਾ ਹੈ? ਇਸ ਨੂੰ ਲੈ ਕੇ ਕੋਈ ਜਾਣਕਾਰੀ?
ਦੇਖੋ ਸਰਕਾਰ ਨੇ ਹਲੇ ਤੱਕ ਡਿਸਕਲੋਜ਼ ਨਹੀਂ ਕੀਤਾ ਹੈ ਕਿਉਂਕਿ ਇਸ ਤੇ ਸੀ ਭਰੋਸਗੀ ਮਤੇ ਤੇ ਹੀ ਪਹਿਲਾਂ ਹੀ ਵਿਵਾਦ ਹੋਇਆ ਕਿ ਬੇਭਰੋਸਗੀ ਮਤਾ ਤਾਂ ਲਿਆਂਦਾ ਜਾਂਦਾ ਸੀ, ਲੇਕਿਨ ਹੁਣ ਤੱਕ ਕੋਈ ਐਵੇਂ ਨਹੀਂ ਹੋਇਆ ਕਿ ਭਰੋਸਗੀ ਮਤਾ ਲਿਆਂਦਾ ਜਾਏ। ਔਰ ਇਸ ਦੇ ਨਾਲ ਇਹ ਵੀ ਹੁੰਦਾ ਕਿ 6 ਮਹੀਨੇ ਕਿਉਂਕਿ ਉਸ ਤੋਂ ਬਾਅਦ ਜਿਹੜਾ ਹੈ ਉਹ ਆਪਣਾ ਜਿਹੜਾ ਬਹੁਮਤ ਹੈ ਉਹ ਸਾਬਤ ਨਹੀਂ ਕਰ ਹੁੰਦਾ, ਤਾਂ ਇਹੀ ਸਰਕਾਰ ਦੀ ਸਟ੍ਰੈਟਜੀ ਹੈ ਕਿ ਜੇ ਹੁਣ ਲਿਆਂਦਾ ਜਾਏਗਾ ਤਾਂ 6 ਮਹੀਨੇ ਦਾ ਟਾਈਮ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਨੂੰ ਮਿਲੇਗਾ। ਤਾਂ ਇਸ ਕਰਕੇ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਵੀ ਹੈ ਕਿ ਜਿਹੜੇ ਇਲਜ਼ਾਮ ਉਹਨਾਂ ਨੇ ਲਗਾਏ ਸੀਗੇ ਆਪਰੇਸ਼ਨ ਲੋਟਸ ਤਹਿਤ, ਬੀਜੇਪੀ ਤਹਿਤ, ਤਾਂ ਉਸ ਨੂੰ ਇੱਕ ਜਸਟੀਫਿਕੇਸ਼ਨ ਜਾਂ ਜ਼ਰੂਰ ਦੇਗੀ ਉਹ ਕੌਨਫੀਡੈਂਸ ਮੋਸ਼ਨ ਲਿਆ ਕੇ, ਪਰ ਨੋ ਕੌਨਫੀਡੈਂਸ ਕਿਸੇ ਨੇ ਵੀ ਸਰਕਾਰ ਦੇ ਅੰਦਰ ਜ਼ਾਹਿਰ ਨਹੀਂ ਕੀਤਾ ਹੈ। ਜੇ ਲਿਆਂਦਾ ਵੀ ਜਾਏਗਾ ਤਾਂ ਚੁੱਪ ਤੇ ਜ਼ਰੂਰ ਚਰਚਾ ਹੈਗੀ ਕਿ ਇਸ ਨੂੰ ਸਿੱਧਾ ਹਾਊਸ ਦੇ ਅੰਦਰ ਹੀ ਪੇਸ਼ ਕੀਤਾ ਜਾਏ ਔਰ ਪਾਸ ਕੀਤਾ ਜਾਏ। ਜੀ ਸ਼ੁਕਰੀਆ ਅਮਨ, ਪੂਰੀ ਜਾਣਕਾਰੀ ਦੇ ਲਈ। ਤਾਂ ਵਿਧਾਨ ਦਾ ਵਿਸ਼ੇਸ਼ ਇਜਲਾਸ ਅੱਜ ਹੋਣ ਜਾ ਰਿਹਾ ਹੈ ਤੇ ਇਸ ਮੌਕੇ ਦੇ ਉੱਤੇ ਕਈ ਸਾਰੇ ਮੁੱਦੇ ਡਿਸਕਸ ਹੋਣਗੇ, ਲੇਕਿਨ ਭਰੋਸਗੀ ਮਤੇ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ ਹੈ। ਹੰਗਾਮਾ ਭਰਪੂਰ ਸੈਸ਼ਨ ਰਹਿ ਸਕਦਾ ਹੈ। ਕਾਂਗਰਸ, ਬੀਜੇਪੀ ਤੇ ਅਕਾਲੀ ਦਲ ਨੇ ਵਿਰੋਧ ਦੀ ਰਣਨੀਤੀ ਬਣਾਈ ਹੈ। ਬੀਜੇਪੀ ਤਾਂ ਆਪਣਾ ਵੱਖਰਾ ਇਜਲਾਸ ਵੀ ਕਰਨ ਜਾ ਰਹੀ ਹੈ, ਜਿਸ ਨੂੰ ਜਨਤਾ ਦਾ ਇਜਲਾਸ ਦਾ ਨਾਮ ਦਿੱਤਾ ਗਿਆ ਹੈ, ਜਿਸ ਦੇ ਵਿੱਚ ਜਨਤਾ ਦੇ ਮੁੱਦੇ ਡਿਸਕਸ ਹੋਣਗੇ। ਬੀਜੇਪੀ ਦਾ ਕਹਿਣਾ ਹੈ ਕਿ ਵਿਧਾਨ ਸਭਾ ਨੂੰ ਕਿਸੇ ਇੱਕ ਸ਼ਖਸ ਦੇ ਹਿਸਾਬ ਦੇ ਨਾਲ ਨਹੀਂ ਚੱਲਣ ਦਿੱਤਾ ਜਾਏਗਾ। ਸੈਸ਼ਨ ਦੇ ਵਿੱਚ ਹੰਗਾਮਾ ਅੱਜ ਵੇਖਣ ਨੂੰ ਮਿਲ ਸਕਦਾ ਹੈ, ਹੰਗਾਮੇਦਾਰ ਰਹਿਣ ਦੇ ਆਸਾਰ ਨੇ। ਉਧਰ ਵਿਧਾਨ ਸਭਾ ਦੇ ਵਿੱਚ ਬੇਅਦਬੀ ਦੇ ਮੁੱਦੇ ਤੇ ਚਰਚਾ ਦੀ ਮੰਗ ਉੱਠੀ ਹੈ। ਸਿੱਖ ਜਥੇਬੰਦੀਆਂ ਦੇ ਵੱਲੋਂ ਇਹ ਮੰਗ ਚੁੱਕੀ ਗਈ ਹੈ। ਪੰਥਕ ਤਾਲਮੇਲ ਸੰਗਠਨ ਨੇ ਮੰਗ ਕੀਤੀ ਹੈ ਕਿ ਸੈਸ਼ਨ 'ਚ ਬੇਅਦਬੀ ਦੇ ਮੁੱਦੇ ਤੇ ਚਰਚਾ ਹੋਵੇ। ਵਿਧਾਇਕ ਇਸ ਮਾਮਲੇ ਤੇ ਆਪਣੀ ਚੁੱਪੀ ਤੋੜਨ ਇਹ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਦੇ ਉੱਤੇ, ਇਸ ਮਸਲੇ ਦੇ ਉੱਤੇ ਚਰਚਾ ਹੋਵੇ। ਵਿਧਾਨ ਸਭਾ ਦੇ ਵਿੱਚ ਬੇਅਦਬੀ ਦਾ ਮੁੱਦਾ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਵੇ ਤੇ ਇਸ ਮੁੱਦੇ ਤੇ ਚਰਚਾ ਹੋਵੇ। ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਬਦਲ ਗਈਆਂ, ਲੇਕਿਨ ਇਸ ਮਾਮਲੇ 'ਚ ਇਨਸਾਫ ਨਹੀਂ ਹੋਇਆ, ਇਸ ਮਾਮਲੇ 'ਚ ਇਨਸਾਫ ਨਹੀਂ ਮਿਲਿਆ। ਵਿਧਾਇਕ ਇਸ ਮਾਮਲੇ ਤੇ ਆਪਣੀ ਚੁੱਪੀ ਤੋੜਨ, ਇਹ ਸਿੱਖ ਜਥੇਬੰਦੀਆਂ ਦੇ ਵੱਲੋਂ ਮੰਗ ਰੱਖੀ ਗਈ ਹੈ। ਜੰਗਲਾਤ ਘੁਟਾਲੇ ਦੇ ਵਿੱਚ ਵਿਜੀਲੈਂਸ ਨੇ ਵੱਡੀ ਕਾਰਵਾਈ ਕੀਤੀ ਹੈ। ਵਿਜੀਲੈਂਸ ਦੇ ਵੱਲੋਂ ਆਈਐਫਐਸ ਅਫਸਰ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਨੇ ਮੋਹਾਲੀ ਦਫ਼ਤਰ ਦੇ ਵਿੱਚ 4 ਘੰਟੇ ਪ੍ਰਵੀਨ ਕੁਮਾਰ ਤੋਂ ਪੁੱਛਗਿੱਛ ਕੀਤੀ ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ। ਵਿਜੀਲੈਂਸ ਦੇ ਮੁਤਾਬਕ ਪ੍ਰਵੀਨ ਕੁਮਾਰ ਦੇ ਖਿਲਾਫ ਪੁਖਤਾ ਸਬੂਤ ਨੇ। ਵੱਡੀ ਕਾਰਵਾਈ ਵਿਜੀਲੈਂਸ ਦੀ ਸਾਹਮਣੇ ਆਈ ਹੈ। ਵਿਜੀਲੈਂਸ ਵੱਲੋਂ ਆਈਐਫਐਸ ਅਫਸਰ ਪ੍ਰਵੀਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜੰਗਲਾਤ ਘੁਟਾਲੇ ਦਾ ਇਹ ਮਾਮਲਾ ਹੈ। ਪ੍ਰਿੰਸੀਪਲ ਚੀਫ ਕੰਜ਼ਰਵੇਟਰ ਫੋਰੈਸਟ ਐਂਡ ਵਾਈਲਡ ਲਾਈਫ ਦੇ ਅਹੁਦੇ ਤੇ ਪ੍ਰਵੀਨ ਕੁਮਾਰ ਤੈਨਾਤ ਸੀ। ਜੂਨ ਮਹੀਨੇ 'ਚ ਹੀ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ ਤੇ ਹੁਣ 4 ਘੰਟੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਜੀਲੈਂਸ ਦਾ ਕਹਿਣਾ ਹੈ ਕਿ ਪੁਖਤਾ ਸਬੂਤ ਨੇ। ਪ੍ਰਵੀਨ ਕੁਮਾਰ ਦੇ ਖਿਲਾਫ ਗਿਲਜੀਆਂ ਦੇ ਨਾਲ ਰਲ ਕੇ ਟ੍ਰੀ ਗਾਰਡ ਲਾਉਣ 'ਚ ਪੈਸੇ ਦੇ ਗਬਨ ਦਾ ਇਲਜ਼ਾਮ ਹੈ। ਇਲੈਕਸ਼ਨ ਦੇ ਵੇਲੇ ਵੀ ਪੈਸੇ ਦੇ ਟ੍ਰਾਂਸਫਰ ਨੂੰ ਲੈ ਕੇ ਸਵਾਲ ਕੀਤੇ ਗਏ ਨੇ। ਪ੍ਰਵੀਨ ਕੁਮਾਰ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਏਗਾ। ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ? ਜੰਗਲਾਤ ਘੁਟਾਲੇ ਦੇ ਵਿੱਚ ਆਈਐਫਐਸ ਅਫਸਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਅੱਜ ਅਦਾਲਤ 'ਚ ਪੇਸ਼ ਕੀਤਾ ਜਾਏਗਾ। ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਹੋਏ ਨੇ। ਮਨੋਜ, ਕੀ ਕੁਝ ਪੂਰੀ ਜਾਣਕਾਰੀ? ਅੱਜ ਦੇ ਬਿਲਕੁਲ ਇਹ ਜਿਹੜਾ ਮਾਮਲਾ ਪੂਰਾ ਆਇਆ, ਇਹ ਸਾਰਾ ਕਰਪਸ਼ਨ ਤੋਂ ਲੈ ਕੇ ਆਏਗਾ ਮਾਮਲਾ, ਜਿਹਦੇ ਵਿੱਚ ਵਿਜੀਲੈਂਸ ਨੇ ਐਫਆਈਆਰ ਨੰਬਰ 7 ਪ੍ਰਵੀਨ ਕੁਮਾਰ ਨੂੰ ਨਾਮਜ਼ਦ ਕੀਤਾ ਤੇ ਕਈ ਜਿਹੜੇ ਪ੍ਰੂਫਸ ਨੇ, ਜਿਹੜੇ ਵਿਜੀਲੈਂਸ ਦੇ ਅਧਿਕਾਰੀ ਕਹਿੰਦੇ ਨਜ਼ਰ ਆ ਰਹੇ ਨੇ, ਕਈ ਪ੍ਰੂਫਸ ਨੇ ਇਹਦੇ ਅਗੇਂਸਟ, ਜਿਹਦੇ ਵਿੱਚ ਟ੍ਰੀ ਗਾਰਡ ਤੇ ਕਾਫੀ ਕਰੋੜਾਂ ਦਾ ਜਿਹੜਾ ਗਬਨ ਹੈ ਗਿਲਜੀਆਂ ਦੇ ਨਾਲ ਮਿਲ ਕੇ, ਇਹ ਸਾਰੇ ਪ੍ਰੂਫ ਜਿਹੜੇ ਕਹਿੰਦੇ ਨਜ਼ਰ ਆ ਰਹੇ ਨੇ ਵਿਜੀਲੈਂਸ ਦੇ। ਉਸ ਤੋਂ ਇਲਾਵਾ ਜਿਹੜੀ ਟ੍ਰਾਂਸਫਰ ਕੀਤੀ ਹੈ ਉਹਦੇ 'ਚ ਵੀ ਪੈਸਾ ਇਹਨੇ ਲਿਖਿਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਘਪਲੇ ਹੈ ਉਹ ਸਾਹਮਣੇ ਆ ਰਹੇ, ਜਿਹਨੂੰ ਅੱਜ ਇਹਨੂੰ ਕੋਰਟ 'ਚ ਪੇਸ਼ ਕਰਨਾ ਹੈ। ਕੋਰਟ 'ਚ ਪੇਸ਼ ਕਰਕੇ ਇਹਦਾ ਜਿਹੜਾ ਰਿਮਾਂਡ ਹੈ ਉਹ ਲਿੱਤਾ ਜਾਏਗਾ, ਕਿਉਂਕਿ ਕੱਲ ਇਹਨੂੰ ਆਫਿਸ ਬੁਲਾਇਆ ਸੀਗਾ ਵਿਜੀਲੈਂਸ ਦਫ਼ਤਰ, 4 ਘੰਟੇ ਇਹਦੇ ਕੋਲੋਂ ਪੁੱਛਗਿੱਛ ਹੋਈ ਹੈ। ਉਸ ਤੋਂ ਬਾਅਦ ਇਹਦੀ ਅਰੈਸਟ ਪਾਈ ਹੈ। ਇਹਦਾ ਜਿਹੜਾ ਅਹੁਦਾ ਹੈ ਬਹੁਤ ਬੜਾ ਅਹੁਦਾ ਹੈ, ਕਿਉਂਕਿ ਸਾਰੀ ਚੀਜ਼ਾਂ ਜਿਹੜੀਆਂ ਜਿੰਨੇ ਵੀ ਡੀਐਫਓਜ਼ ਨੇ, ਜਿਹੜੇ ਹੋਰ ਅਧਿਕਾਰੀ ਨੇ, ਜਿਹੜੇ ਵੀ ਜੰਗਲਾਤ ਵਿਭਾਗ ਦੇ, ਉਹ ਸਾਰੇ ਇਹਦੇ ਅੰਡਰ ਸੀਗੇ। ਇਸ ਕਰਕੇ ਕਈ ਚੀਜ਼ਾਂ ਨਿਕਲ ਕਰ ਹੁਣ ਸਾਹਮਣੇ ਆ ਰਹੀਆਂ। ਕਈ ਹੋਰ ਵੀ ਜਿਹੜੇ ਘਪਲਿਆਂ ਦਾ ਨਾਂ ਸਾਹਮਣੇ ਆ ਰਿਹਾ ਹੈ, ਕਈ ਹੋਰ ਵੀ ਲੋਕਾਂ ਦਾ ਨਾਂ ਸਾਹਮਣੇ ਆ ਰਿਹਾ, ਜਿਹਨੂੰ ਲੈ ਕੇ ਹੁਣ ਵਿਜੀਲੈਂਸ ਲਗਾਤਾਰ ਕੰਮ ਕਰ ਰਹੀ ਹੈ ਜੀ। ਤੇ ਅੱਜ ਦਾ ਰਿਮਾਂਡ ਲਿਆ ਜਾਏਗਾ। ਰਿਮਾਂਡ ਲੈ ਕੇ ਪੁੱਛਗਿੱਛ 'ਚ ਹੋਰ ਵੀ ਕਈ ਨਾਂ ਜਿਹੜੇ ਹੈਗੇ ਉਹ ਸਾਹਮਣੇ ਆ ਸਕਦੇ ਜੀ। ਸ਼ੁਕਰੀਆ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਵਿਜੀਲੈਂਸ ਦੇ ਵੱਲੋਂ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤਾਂ ਕਈ ਹੋਰ ਨਾਮ, ਕਈ ਹੋਰ ਖੁਲਾਸੇ
ਸਾਹਮਣੇ ਆ ਸਕਦੇ ਨੇ। ਜੰਗਲਾਤ ਘੁਟਾਲੇ ਦਾ ਮਾਮਲਾ ਹੈ ਜਿਸ ਦੇ ਵਿੱਚ IFS ਅਫਸਰ ਪ੍ਰਵੀਨ ਕੁਮਾਰ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। उधर साबका मंत्री भारत भूषण आशू की जमानत अर्जी ते अज हाईकोर्ट दे विच सुनवाई होएगी। कथित ट्रांसपोर्टेशन टेंडर घोटाले दे विच आशू की गिरफ्तारी हुई है। फिलहाल न्यायिक हिरासत दे विच ने, पटियाला जेल दे विच बंद ने साबका मंत्री भारत भूषण आशू। अज उन्हां दी जमानत अर्जी ते सुनवाई होएगी। हाईकोर्ट दे विच जमानत अर्जी ते सुनवाई होएगी। सवाल यही है कि की राहत मिलेगी भारत भूषण आशू नूं, की जमानत मिल जाएगी, की राहत मिलेगी। इस वेले जेल दे विच बंद ने। मामले च स्टेटस रिपोर्ट अज सरकार दे वल्लों दाखल की जाएगी। दस दईए कि लुधियाना कोर्ट आशू की जमानत रद्द कर चुकी है, जिस तो बाद भारत भूषण आशू ने हाईकोर्ट का रुख किया होया है। तो अज पंजाब हरियाणा हाईकोर्ट दे विच भारत भूषण आशू की जमानत अर्जी ते सुनवाई होएगी। राहत मिलेगी या नहीं, यह बड़ा सवाल है। उधर SGPC ते हरियाणा SGPC दे विवाद के दरमियान दादूवाल, झींडा ते नलवी एकजुट हो गए ने। चंडीगढ़ दे विच तिन्हां ने मीटिंग की है ते फैसला लिया है कि फिलहाल हरियाणा SGPC पहलां दी तरह काम करती रहेगी। फिलहाल उस तरीके दे नाल काम जारी रहेगा ते 9 तारीख नूं नाडा साहिब गुरुद्वारे दे विच अखंड पाठ साहिब दे भोग पाए जाणगे, जिस तो बाद गुरुद्वारियां दा प्रबंध अपने हाथ दे विच लैण दी तैयारी की जाएगी। तां दादूवाल, झींडा ते नलवी एकजुट होए ने। गुरुद्वारियां दे प्रबंध नूं लैके उन्हां दे वल्लों प्रेस कॉन्फ्रेंस भी की गई। दादूवाल, झींडा ते नलवी दे विचाले हरियाणा SGPC की प्रधानगी नूं लैके खिच्चोतान चल रही सी, जिस दौरान यह मीटिंग हुई है। यह भी जिक्रयोग है कि चंडीगढ़ च हुई मीटिंग च करनाल तो BJP सांसद संजय भाटिया भी शामिल रहे ने। 7 तरीक ਨੂੰ ਨਾਢਾ ਸਾਹਿਬ ਦੇ ਵਿੱਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਕਾਰ ਰਲ ਕੇ ਸ਼ੁਕਰਾਨੇ ਵਾਸਤੇ ਅਖੰਡ ਪਾਠ ਸਾਹਿਬ ਕਰਵਾਇਆ। ਅਖੰਡ ਪਾਠ ਸਾਹਿਬ ਦਾ ਭੋਗ 9 ਤਰੀਕ ਨੂੰ ਪਾਇਆ ਜਾਏ ਤੇ ਸਾਰੇ ਮੈਂਬਰਾਂ ਦੀ, ਜਿੰਨੇ ਸਾਡੇ 36 ਮੈਂਬਰ ਮੌਜੂਦਾ ਹਨ, ਉਹਨਾਂ ਦੀ ਤੇ ਹੋਰ ਸਰਕਾਰ ਵੱਲੋਂ ਆਪਣੇ ਵੱਲੋਂ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਉੱਥੇ ਮੈਸੇਜ ਦੇ ਕੇ ਇਕੱਠਾ ਕੀਤਾ ਜਾਏ ਤੇ ਉੱਥੇ ਉਸ ਤੋਂ ਬਾਅਦ 9 ਤਰੀਕ ਨੂੰ ਭੋਗ ਜਦੋਂ ਪਏ, ਉਸ ਤੋਂ ਬਾਅਦ ਜੋ ਕਾਨੂੰਨ ਜਿਸ ਤਰ੍ਹਾਂ ਕਾਨੂੰਨ ਕਹੇਗਾ ਉਹ ਕਾਨੂੰਨ ਦੇ ਮੁਤਾਬਿਕ ਪ੍ਰਤੀਕਿਰਿਆ ਉਸ ਤੋਂ ਬਾਅਦ ਕੀਤੀ ਜਾਏ। ਪਹਿਲੋਂ ਮਹਾਰਾਜ ਦਾ ਸ਼ੁਕਰਾਨਾ ਕਰਿਆ ਜਾਏ, क्योंकि महाराज की बदौलत ही एक केस आप जीत सके हैं। हम जो एक्ट के मुताबिक जो हमारी 36 मेंबरी अब कमेटी है वो इकट्ठी होगी और इकट्ठी होकर सर्वसम्मति से फैसला करेगी 11 मेंबरी कमेटी का, और वो जो है वो अपनी सेवा संभालेगी।